ਦੋ ਗੱਲਾਂ ਲਿਖੀ ਗਈਆਂ ਜੀ ਕੁੰਵਰ ਵਿਜੇ ਪ੍ਰਤਾਪ ਦੇ ਕੰਡਕਟ ਬਾਰੇ। ਇੱਕ ਤਾਂ ਉਹ ਪੋਲੀਟੀਕਲ ਏਜੰਡਾ ਸੀ, ਦੂਸਰਾ ਉਸ ਪੋਲੀਟੀਕਲ ਏਜੰਡੇ ਨੂੰ ਸੈਟੀਸਫਾਈ ਕਰਨ ਵਾਸਤੇ ਉਸਨੇ ਜੁਡੀਸ਼ਰੀ ਨੂੰ ਵੀ ਓਵਰਆਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਪ੍ਰੋਸੈਸ ਵਿੱਚ ਉਹਨੇ ਇੱਕ ਰਿਮਾਂਡ ਦੀ ਐਪਲੀਕੇਸ਼ਨ ਫਾਈਲ ਕੀਤੀ ਮਾਨਯੋਗ ਸੀਜੀਐਮ ਸਾਹਿਬ ਫਰੀਦਕੋਟ ਦੇ ਕੋਲ। ਪਹਿਲਾਂ ਉਹਨੇ ਐਪਲੀਕੇਸ਼ਨ ਉਸ ਦਿਨ ਫਾਈਲ ਕੀਤੀ ਜਦ ਸੀਜੀਐਮ ਸਾਹਿਬ ਡਿਊਟੀ ਤੇ ਸੀ। ਉਹਨਾਂ ਨੇ ਰਿਮਾਂਡ ਦੇ ਦਿੱਤਾ। ਬਾਵਜੂਦ ਰਿਮਾਂਡ ਦੇਣ ਦੇ ਉਹਨੇ ਇੱਕ ਐਡਮਿਨਿਸਟ੍ਰੇਟਿਵ ਸਾਈਟ ਤੇ ਐਪਲੀਕੇਸ਼ਨ ਉਸ ਵੇਲੇ ਦੇ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਨੂੰ ਲਿਖ ਦਿੱਤੀ। ਐਡਮਿਨਿਸਟ੍ਰੇਟਿਵ ਸਾਈਟ ਤੇ ਐਪਲੀਕੇਸ਼ਨ ਲਿਖਣ ਦਾ ਇੱਕ ਪਾਰਟੀ ਨੂੰ ਅਧਿਕਾਰ ਨਹੀਂ ਹੁੰਦਾ। ਪ੍ਰੋਸੀਕਿਊਸ਼ਨ ਵੀ ਕੇਸ ਦੀ ਪਾਰਟੀ ਹੈ ਤੇ ਮੁਲਜ਼ਮ ਵੀ ਕੇਸ ਦੀ ਪਾਰਟੀ ਹੈ। ਫਾਈਂਡਿੰਗ ਹੈ that ਕੁੰਵਰ ਵਿਜੇ ਪ੍ਰਤਾਪ has tendency of misusing his official position। ਇਹ ਵੀ ਲਿਖਿਆ ਜੀ that he has bulldozed and deviated process। ਇਹ ਵੀ ਲਿਖਿਆ ਜੀ that he has attempted to overhaul judicial process and then he is also guilty of violating human rights in other cases। ਇਹ ਫਾਈਂਡਿੰਗ ਵੀ ਹਾਈ ਕੋਰਟ ਦੀ ਜੱਜਮੈਂਟ ਵਿੱਚ ਹੈ ਜੀ। ਪਹਿਲਾਂ ਤਾਂ ਜੀ ਉਸ ਨੂੰ ਮੁਲਜ਼ਮ ਬਣਾਇਆ ਇੱਕ ਨਵੀਂ ਐਫਆਈਆਰ ਦਰਜ ਕਰਕੇ ਜੋ ਅੰਡਰ ਦ ਪ੍ਰੋਵੀਜ਼ਨਸ ਆਫ ਲਾਅ ਦੂਜੀ ਐਫਆਈਆਰ ਸੇਮ ਇੰਸੀਡੈਂਟ ਦੀ ਨਹੀਂ ਹੋ ਸਕਦੀ। ਉਹਨੂੰ ਫਿਰ ਉਸ 'ਚ ਹਿਰਾਸਤ 'ਚ ਲਿਆ ਗਿਆ। ਹਿਰਾਸਤ 'ਚ ਜਾ ਕੇ ਉਹਨੂੰ 3rd ਡਿਗਰੀ ਟਾਰਚਰ ਕੀਤਾ, ਉਸਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੂੰ ਅਪਰੂਵਰ ਬਣ ਜਾ ਤੇ ਇਹ ਲਿਖ ਕੇ ਦੇ ਦੇ ਕਿ ਹਾਇਰ ਅਪਸ ਨੇ ਕਿਹਾ ਸੀ ਤੈਨੂੰ ਗੋਲੀ ਚਲਾਉਣ ਵਾਸਤੇ। ਹੁਣ ਜੋ ਡਾਇਰੈਕਸ਼ਨਸ ਮਾਨਯੋਗ ਹਾਈ ਕੋਰਟ ਦੀ ਹੈਗੀਆਂ, ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਕੀਤੀ ਹੈ, ਬਾਕੀ ਐਸਆਈਟੀ ਮੈਂਬਰਸ ਨੂੰ ਛੱਡ ਕੇ ਜਿਨ੍ਹਾਂ ਦੇ ਕੋਈ ਸਾਈਨ ਨਹੀਂ ਹੋਏ, ਕਿਸੇ ਵੀ ਚਲਾਨ ਤੇ ਨਹੀਂ ਹੋਏ, ਉਹ ਸਾਰੀ ਇਨਵੈਸਟੀਗੇਸ਼ਨ ਰੱਦ ਕਰ ਦਿੱਤੀ ਗਈ। ਦੋਨੋਂ ਐਫਆਈਆਰਸ ਏਜੰਡਾ ਹੋਰ ਸੀ, ਪੋਲਿਟਿਸਾਈਜ਼ ਕਰਨ ਦਾ ਸੀ, ਮਨ ਕਰਤ ਕਹਾਣੀਆਂ ਬਣਾ ਰਹੇ ਸੀ ਔਰ ਇਹ ਫਾਈਂਡਿੰਗਸ ਨੇ ਕਿ ਅਕਸ਼ੇ ਕੁਮਾਰ ਨੂੰ ਬੁਲਾਣਾ ਕਿਸੇ ਵੀ ਬਿਲਕੁਲ ਇਰਰੈਲੇਵੈਂਟ ਸੀ ਔਰ ਸਪੈਸੀਫਿਕ ਫਾਈਂਡਿੰਗ ਆਈ ਹੈ ਕਿ ਬਾਦਲ ਪਰਿਵਾਰ ਦਾ, ਸਾਬਕਾ ਮੁੱਖ ਮੰਤਰੀ ਦਾ, ਸਾਬਕਾ ਡਿਪਟੀ ਸੀਐਮ ਦਾ ਇਸ ਕੇਸ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੈ। ਪੂਰੀ ਤਫਤੀਸ਼ ਵਿੱਚ 3.5 ਸਾਲ ਦੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਉਸ ਵੇਲੇ ਦੇ ਸੀਐਮ ਫੋਨ ਤੇ ਸੰਪਰਕ ਕਰ ਰਹੇ ਸੀ ਔਰ ਹਾਈ ਕੋਰਟ ਦੀ ਇਹ ਬਿਲਕੁਲ ਸਹੀ ਫਾਈਂਡਿੰਗ ਹੈ ਕਿ ਜੇ ਉਹ ਨਾ ਕਰ ਰਹੇ ਹੁੰਦੇ ਜਦ ਸਿਚੁਏਸ਼ਨ ਇੰਨੀ ਟੈਂਸ ਸੀ ਤਾਂ ਉਹ ਕਤਈ ਹੋਣੀ ਸੀ, ਉਹ ਲਾਪਰਵਾਹੀ ਹੋਣੀ ਸੀ। ਇੱਕ ਸੂਬੇ ਦੇ ਮੁੱਖ ਮੰਤਰੀ ਦਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕਰਨਾ ਉਸ ਟਾਈਮ ਤੇ ਜਦ ਸਥਿਤੀ ਇੰਨੀ ਗੰਭੀਰ ਸੀ ਬਿਲਕੁਲ ਵਾਜਿਬ ਸੀ ਤੇ ਇਸ ਦੇ ਨਾਲ ਕੋਈ ਕਨਸਪੀਰੇਸੀ ਸਾਬਿਤ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨੀਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਕੋਟਕਪੂਰਾ ਗੋਲੀकांड ਮਾਮਲੇ ਦੀ, ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਛਲੇ ਕਾਫੀ ਸਮਾਂ ਤੋਂ ਸੁਣਵਾਈ ਚੱਲ ਰਹੀ ਸੀ ਔਰ ਹੁਣ ਇਸ ਸੁਣਵਾਈ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਆਪਣੇ ਆਰਡਰ ਜਿਹੜੇ ਹੈ ਉਹ ਸੁਣਾ ਚੁੱਕੀ ਹੈ ਔਰ ਆਰਡਰਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਕਾਰਜ ਪ੍ਰਣਾਲੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ। ਨਾਲੋਂ ਨਾਲ ਪੰਜਾਬ ਸਰਕਾਰ ਨੂੰ ਹਿਦਾਇਤ ਦੇ ਦਿੱਤੀ ਗਈ ਹੈ ਕਿ ਨਵੀਂ ਐਸਆਈਟੀ ਬਣਾਈ ਜਾਏ ਔਰ ਉਸ ਐਸਆਈਟੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਨਾ ਕੀਤਾ ਜਾਏ। ਨਾਲੋਂ ਨਾਲ ਜਿਹੜੀ ਹਜੇ ਤੱਕ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਦੀ ਐਸਆਈਟੀ ਨੇ ਕੀਤੀ ਸੀ ਉਸ ਨੂੰ ਵੀ ਰੱਦ ਕਰਨ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਨੇ ਔਰ ਇਹ ਉਹੀ ਆਰਡਰ ਨੇ ਜਿਸ ਦੀ ਕਾਪੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਕੀ ਕੁਝ ਫਾਈਂਡਿੰਗ ਰਹੀਆਂ, ਕੀ ਕੁਝ ਆਰਡਰਸ ਦੇ ਪੁਆਇੰਟ ਰਹੇ, ਇਸ ਦੀ ਵਿਸਤਾਰਪੂਰਵਕ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਲੇਕਿਨ ਤੁਹਾਨੂੰ ਆਹ ਆਰਡਰਸ ਦੀ ਕਾਪੀ ਦਿਖਾ ਰਹੇ ਹਾਂ ਜਿਹੜੇ ਹੁਣ ਸਾਡੇ ਕੋਲ ਪਹੁੰਚ ਚੁੱਕੇ ਨੇ। ਗੁਰਦੀਪ ਸਿੰਘ ਵਰਸਿਸ ਸਟੇਟ ਆਫ ਪੰਜਾਬ ਐਂਡ ਅਦਰਸ। ਗੁਰਦੀਪ ਸਿੰਘ ਜਿਹੜੇ ਇਸ ਮਾਮਲੇ ਦੇ ਵਿੱਚ ਪਟੀਸ਼ਨਰ ਸੀ, ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਸੀ ਔਰ ਗੁਰਦੀਪ ਸਿੰਘ ਖੁਦ ਇੱਕ ਪੁਲਿਸ ਕਰਮੀ ਹੈ ਔਰ ਇਸ ਪੁਲਿਸ ਕਰਮੀ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਕਿਉਂਕਿ ਇਸ ਨੂੰ ਵੀ ਦਬਾਅ ਹੇਠ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਸ ਨੂੰ ਵੀ ਥ੍ਰੈਟਨ ਕੀਤਾ ਜਾ ਰਿਹਾ ਸੀ ਔਰ ਇਸ ਮਸਲੇ ਦੇ ਉੱਪਰ ਐਡਵੋਕੇਟ ਦਮਨਵੀਰ ਸਿੰਘ ਸੋਭਤੀ ਸਾਡੇ ਨਾਲ ਨੇ। ਗੱਲਬਾਤ ਕਰ ਲੈਂਦੇ ਹਾਂ। ਸੋਭਤੀ ਸਾਹਿਬ, ਆਰਡਰ ਆ ਚੁੱਕੇ ਨੇ, ਕੀ ਕੁਝ ਪੁਆਇੰਟਸ ਰਹੇ ਹਾਈ ਕੋਰਟ ਇਨ ਆਰਡਰਾਂ ਦੇ ਵਿੱਚ, ਕੀ ਕੁਝ ਪੁਆਇੰਟਸ ਜਿਹੜਾ ਹੈ ਉਹ ਸ਼ਾਮਲ ਕਰਦੇ ਹੋਏ ਨਜ਼ਰ ਆਏ ਔਰ ਓਵਰਆਲ ਆਰਡਰ ਜਿਹੜੇ ਨੇ ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ? ਕਿਉਂਕਿ 89 ਪੇਜ ਦੇ ਆਰਡਰ ਨੇ, 89 ਪੇਜ ਦੀ ਆ ਕਾਪੀ, ਕੀ ਕੁਝ ਪੁਆਇੰਟਸ ਅਹਿਮ ਰਹੇ, ਥੋੜਾ ਇਸ ਦੇ ਬਾਰੇ ਜਾਣਕਾਰੀ ਦਿਓ। ਬਹੁਤ ਅਹਿਮ ਫੈਸਲਾ, ਬਹੁਤ ਸਪਸ਼ਟ ਫੈਸਲਾ। 99 ਪੇਜਾਂ ਦੀ ਜੱਜਮੈਂਟ ਹੈ ਜਿਹਦੇ ਵਿੱਚ 30 ਡਾਇਰੈਕਟ ਸਟ੍ਰਿਕਚਰਸ ਪਾਸ ਕੀਤੇ ਗਏ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਔਰ ਡਾਇਰੈਕਸ਼ਨ ਦਿੱਤੀ ਗਈਆਂ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਉਸਨੇ ਐਫਆਈਆਰ ਨੰਬਰ 192 ਤੇ ਐਫਆਈਆਰ ਨੰਬਰ 129 ਵਿੱਚ ਕੀਤੀਆਂ ਉਹ ਰੱਦ ਕੀਤੀਆਂ ਗਈਆਂ। ਨਵੀਂ ਐਸਆਈਟੀ ਬਣੇ ਤੇ ਜਿਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਾਮਲ ਨਾ ਹੋਵੇ ਔਰ ਫੈਸਲਾ ਇਹੀ ਹੈ ਜੀ। ਨਾਲ ਇਹ ਵੀ ਕਿਹਾ ਗਿਆ ਕਿ ਉਸ ਦੀ ਜਿਹੜੀ ਰਿਪੋਰਟ ਹੈ
ਉਸ ਨੂੰ ਵੀ ਪ੍ਰੋਪਰ ਰੱਦ ਕਰ ਦਿੱਤਾ ਗਿਆ। ਹੁਣ ਨਵੇਂ ਸਿਰੇ ਤੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੋਊ। ਨਵੇਂ ਸਿਰੇ ਤੋਂ ਹੋਏਗੀ ਔਰ ਦੋਨੋਂ ਐਫਆਈਆਰਸ ਦੀ ਬਰਾਬਰ ਨਾਲ ਦੇ ਨਾਲ ਪੈਰਲਲੀ ਹੋਏਗੀ। 192 ਦੀ ਵੀ ਤੇ 129 ਦੀ ਵੀ ਨਵੀਂ ਐਸਆਈਟੀ ਬਣੇਗੀ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਮੈਂਬਰ ਨਹੀਂ ਹੋਏਗਾ। 192 ਐਫਆਈਆਰ ਦੀ ਗੱਲ ਕਰੀਏ ਔਰ ਦੂਜੀ ਐਫਆਈਆਰ ਦੀ ਗੱਲ ਕਰੀਏ, ਇਹ ਗੋਲੀकांड ਦੇ ਮਾਮਲੇ ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਹੋਊਗੀ ਜਾਂ ਫਿਰ ਬੇਅਦਬੀ ਨਾਲ ਵੀ ਇਹਨਾਂ ਦਾ ਕੋਈ ਤਾਲੁਕ ਹੈ? ਜਿਹੜੀ ਇਹ ਪਟੀਸ਼ਨ ਹੈ ਸਿਰਫ ਕੋਟ ਕਪੂਰਾ ਦੀ ਗੋਲੀकांड ਬਾਰੇ ਹੈ ਜੀ। ਔਰ 192 ਨੰਬਰ ਐਫਆਈਆਰ 'ਚ ਜਿਹੜੇ ਪਟੀਸ਼ਨਰ ਨੇ ਗੁਰਦੀਪ ਸਿੰਘ ਖੁਦ ਕੰਪਲੇਨੈਂਟ ਸੀ, ਕਿਉਂਕਿ ਉਹ ਉਸ ਵੇਲੇ ਕੋਟ ਕਪੂਰਾ ਪੁਲਿਸ ਸਟੇਸ਼ਨ ਦੇ ਐਸਐਚਓ ਸੀ ਜਦ ਗੋਲੀ ਚੱਲੀ ਸੀ। ਤੇ ਉਸ ਕੇਸ ਨੂੰ ਬਿਲਕੁਲ ਤਫਤੀਸ਼ ਨੂੰ ਮੁਕੰਮਲ ਨਹੀਂ ਕੀਤਾ ਗਿਆ। ਜਿਹੜੇ ਸਾਰੇ ਇੰਜਰਡ ਪੁਲਿਸ ਵਾਲੇ ਸੀ ਉਹਨਾਂ ਦੀ ਗਵਾਹੀਆਂ ਨਹੀਂ ਲਈ ਗਈਆਂ ਤੇ 129 ਵਿੱਚ ਤਫਤੀਸ਼ ਕੀਤੀ ਗਈ। ਔਰ ਜਿਹੜੀ 129 ਦੀ ਤਫਤੀਸ਼ ਹੈ ਉਹਦੇ ਖਿਲਾਫ ਜਿਹੜੇ ਜਿਸਨੇ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਆਈਜੀ ਨੇ, ਮਾਨਯੋਗ ਹਾਈ ਕੋਰਟ ਨੇ 30 ਥਾਵਾਂ ਤੇ ਉਹਦੇ ਖਿਲਾਫ ਸਟ੍ਰਿਕਚਰ ਪਾਸ ਕੀਤੇ ਨੇ। ਔਰ ਜੋ ਸਟ੍ਰਿਕਚਰਸ ਪਾਸ ਕੀਤੇ ਨੇ ਉਹ ਕਿਵੇਂ ਪੋਲੀਟੀਕਲ ਪੈਟਰਨੇਜ ਸੀ, ਕਿਵੇਂ ਮਨ ਕਰਤ ਕਹਾਣੀਆਂ ਉਹਨੇ ਦਿੱਤੀਆਂ, ਇਹ ਸਾਰਾ ਕੁਝ ਜਜਮੈਂਟ 'ਚ ਲਿਖਿਆ ਹੋਇਆ ਜੀ। ਯਾਨੀ 30 ਵੱਡੇ ਪੁਆਇੰਟਸ ਜਿਹੜੇ ਨੇ ਉਹ ਹਾਈ ਕੋਰਟ ਆਪਣੇ ਇਨ ਆਰਡਰਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਕਰਦੇ ਹੋਏ ਨਜ਼ਰ ਆਏ। ਯਾਨੀ ਇੰਨੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ। ਆਖਿਰ ਕਿਉਂ ਇਨ ਟਿੱਪਣੀਆਂ ਦੀ ਜ਼ਰੂਰਤ ਪੈ ਗਈ ਹਾਈ ਕੋਰਟ ਨੂੰ? ਆਖਿਰ ਕਿਸ ਤਰ੍ਹਾਂ ਦੀ ਜਾਂਚ ਇਸ ਮਾਮਲੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਕਰਦੇ ਨਜ਼ਰ ਆਏ? ਹਾਈ ਕੋਰਟ ਨੇ ਆਰਡਰ ਪਾਸ ਕਰਨ ਵੇਲੇ ਇਹ ਵੀ ਸਪਸ਼ਟ ਕੀਤਾ ਕਿ ਰੇਅਰੈਸਟ ਆਫ ਰੇਅਰ ਕੇਸ ਹੈ ਜਦ ਇੱਕ ਇਨਵੈਸਟੀਗੇਸ਼ਨ ਅਫਸਰ ਨੂੰ ਹਟਾਇਆ ਜਾ ਰਿਹਾ। ਔਰ ਕਿਉਂ ਹਟਾਇਆ ਜਾ ਰਿਹਾ ਉਹਦੇ ਮੈਂ ਤੁਹਾਨੂੰ ਕੁਝ ਪੁਆਇੰਟਸ ਲਿਖ ਦੇਣਾ ਜੀ ਜੋ ਲਿਖਿਆ ਹੈ ਕਿ ਉਹ ਬਿਲਕੁਲ ਇੰਪਾਰਸ਼ਲ ਨਹੀਂ ਹੈ। ਅੰਗਰੇਜ਼ੀ ਵਿੱਚ ਜਜਮੈਂਟ ਤੋਂ ਮੈਂ ਅੰਗਰੇਜ਼ੀ ਪੜ੍ਹ ਦਿੰਦਾ ਤੁਹਾਨੂੰ। ਸਫਾ ਨੰਬਰ 63 'ਚ ਲਿਖਿਆ ਕਿ ਪੋਲੀਟੀਕਲ ਬੈਕਿੰਗ ਆਫ ਕੁੰਵਰ ਵਿਜੇ ਪ੍ਰਤਾਪ ਹੈਜ਼ ਬਿਕਮ ਕਲੀਅਰ। ਫਿਰ ਲਿਖਿਆ ਕੁੰਵਰ ਵਿਜੇ ਪ੍ਰਤਾਪ ਇੰਡਲਜਡ ਇਨ these political theatrics to fulfill his own political purpose of creating post-retirement greener political pastures for himself. फिर लिखा है जी acts done by कुंवर विजय प्रताप under political patronage for a political purpose. फिर उससे लिखा है जी investigation has been kept by कुंवर विजय प्रताप as a political horse to be flogged only at an opportune time whenever the elections are around the corner or when it is otherwise suits him. ਯਾਨੀ ਸਿੱਧੇ ਤੌਰ ਤੇ ਕਹੀਏ ਕਿ ਜਿਹੜੇ ਆ ਪੁਆਇੰਟਸ ਹੈ ਇਸ ਦੇ ਵਿੱਚ ਹਾਈ ਕੋਰਟ ਮੰਨਦੀ ਹੋਈ ਨਜ਼ਰ ਆਈ ਹੈ ਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਔਰ ਉਹਨਾਂ ਦਾ ਪੋਲੀਟੀਕਲ ਜਿਹੜਾ ਮਨੋਰਥ ਹੈ ਉਸ ਨੂੰ ਸਿੱਧ ਕਰਨ ਲਈ ਅਫਸਰ ਜਿਹੜਾ ਇਨਵੈਸਟੀਗੇਸ਼ਨ ਕਰਦਾ ਰਿਹਾ। ਹੋਰ ਕੁਝ ਨਹੀਂ ਸੀ ਇਸ ਇਨਵੈਸਟੀਗੇਸ਼ਨ ਦੇ ਵਿੱਚ। ਦੋ ਗੱਲਾਂ ਲਿਖੀ ਗਈਆਂ ਜੀ ਕੁੰਵਰ ਵਿਜੇ ਪ੍ਰਤਾਪ ਦੇ ਕੰਡਕਟ ਬਾਰੇ। ਇੱਕ ਤਾਂ ਉਹ ਪੋਲੀਟੀਕਲ ਏਜੰਡਾ ਸੀ, ਦੂਸਰਾ ਉਸ ਪੋਲੀਟੀਕਲ ਏਜੰਡੇ ਨੂੰ ਸੈਟੀਸਫਾਈ ਕਰਨ ਵਾਸਤੇ ਉਸਨੇ ਜੁਡੀਸ਼ਰੀ ਨੂੰ ਵੀ ਓਵਰਆਲ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਸ ਪ੍ਰੋਸੈਸ ਵਿੱਚ ਉਹਨੇ ਇੱਕ ਰਿਮਾਂਡ ਦੀ ਐਪਲੀਕੇਸ਼ਨ ਫਾਈਲ ਕੀਤੀ ਮਾਨਯੋਗ ਸੀਜੀਐਮ ਸਾਹਿਬ ਫਰੀਦਕੋਟ ਦੇ ਕੋਲ। ਔਰ ਉਸ ਵੇਲੇ ਉਹ ਡਿਊਟੀ ਜੱਜ ਸਾਹਿਬ ਸੀਗੇ। ਔਰ ਜਿਹੜਾ ਡਿਊਟੀ ਰੋਸਟਰ ਹੈ 1 ਮਹੀਨੇ ਪਹਿਲੇ ਆਉਂਦਾ। ਪਹਿਲਾਂ ਉਹਨੇ ਐਪਲੀਕੇਸ਼ਨ ਉਸ ਦਿਨ ਫਾਈਲ ਕੀਤੀ ਜਦ ਸੀਜੀਐਮ ਸਾਹਿਬ ਡਿਊਟੀ ਤੇ ਸੀ। ਉਹਨਾਂ ਨੇ ਰਿਮਾਂਡ ਦੇ ਦਿੱਤਾ। ਬਾਵਜੂਦ ਰਿਮਾਂਡ ਦੇਣ ਦੇ ਉਹਨੇ ਇੱਕ ਐਡਮਿਨਿਸਟ੍ਰੇਟਿਵ ਸਾਈਟ ਤੇ ਐਪਲੀਕੇਸ਼ਨ ਉਸ ਵੇਲੇ ਦੇ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਨੂੰ ਲਿਖ ਦਿੱਤੀ। ਐਡਮਿਨਿਸਟ੍ਰੇਟਿਵ ਸਾਈਟ ਤੇ ਐਪਲੀਕੇਸ਼ਨ ਲਿਖਣ ਦਾ ਇੱਕ ਪਾਰਟੀ ਨੂੰ ਅਧਿਕਾਰ ਨਹੀਂ ਹੁੰਦਾ। ਪ੍ਰੋਸੀਕਿਊਸ਼ਨ ਵੀ ਕੇਸ ਦੀ ਪਾਰਟੀ ਹੈ ਤੇ ਮੁਲਜ਼ਮ ਵੀ ਕੇਸ ਦੀ ਪਾਰਟੀ ਹੈ। ਔਰ ਉਹ ਐਪਲੀਕੇਸ਼ਨ ਉਸ ਨੂੰ ਦੇਣੀ ਨਹੀਂ ਚਾਹੀਦੀ ਸੀ ਪਰ ਉਹਦੇ ਏਜੰਡੇ ਸੀਗੇ। ਫਿਰ ਉਸਨੇ ਉਸ ਐਪਲੀਕੇਸ਼ਨ ਨੂੰ ਜਨਤਕ ਕੀਤਾ। ਉਹ ਫਿਰ ਨਿਊਜ਼ਪੇਪਰ 'ਚ ਆਈ। ਫਿਰ ਉਸ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਫਰੀਦਕੋਟ ਦੇ ਸੀਜੀਐਮ ਨੇ ਉਹ ਬਾਦਲ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਰੱਖਦੇ ਨੇ, ਉਸ ਕਰਕੇ ਉਹਨਾਂ ਦੀ ਉਸ ਟਾਈਮ ਤੇ ਬਦਨਾਮੀ ਹੋਈ। ਔਰ ਉਹਦੇ ਬਾਅਦ ਹਾਈ ਕੋਰਟ ਦੀ ਫਾਈਂਡਿੰਗਸ ਨੇ ਜੁਡੀਸ਼ੀਅਲ ਕਿ ਫਿਰ ਉਹ ਉਸ ਏਜੰਡੇ ਵਿੱਚ ਵੀ ਸਕਸੈਸਫੁਲ ਹੋ ਗਿਆ ਕਿ ਉਹਦੇ ਬਾਅਦ ਜੋ ਐਪਲੀਕੇਸ਼ਨ ਫਾਈਲ ਕਰਦੇ ਰਿਹਾ ਵੱਖ-ਵੱਖ ਜੱਜਾਂ ਕੋਲ ਫਰੀਦਕੋਟ 'ਚ ਉਹ ਅਲਾਉ ਹੁੰਦੀ ਗਈ। ਯਾਨੀ ਜੁਡੀਸ਼ਰੀ ਤੇ ਵੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ, ਪੂਰਾ ਮੁਕੰਮਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਇਹ ਫਾਈਂਡਿੰਗ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਜੀ। ਫਿਰ ਜਸਟਿਸ ਇਸ ਗੱਲ ਨੂੰ ਮੰਨਦੇ ਹੋਏ ਨਜ਼ਰ ਆਏ ਕਿ ਇਸ ਤਰ੍ਹਾਂ ਦੀ ਕਾਰਿਆ ਪ੍ਰਣਾਲੀ ਸੀ। ਔਰ ਕਿਆ ਹੈਬਚੁਅਲ ਨੇ ਇਸ ਤਰ੍ਹਾਂ ਦੀ ਕਾਰਿਆ ਪ੍ਰਣਾਲੀ ਨੂੰ ਕੰਟੀਨਿਊ ਕਰਨ ਦੇ ਵਿੱਚ ਕਿਆ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਹੈ? ਹੈਬਿਚੁਅਲ ਦੀ ਵੀ ਗੱਲ ਹੋਈ ਹੈ ਜੀ। ਫਾਈਂਡਿੰਗ ਹੈ ਦੈਟ ਕੁੰਵਰ ਵਿਜੇ ਪ੍ਰਤਾਪ ਹੈਜ਼ ਟੈਂਡੈਂਸੀ ਆਫ ਮਿਸਯੂਜ਼ਿੰਗ ਹਿਸ ਆਫੀਸ਼ੀਅਲ ਪੋਜੀਸ਼ਨ। ਇਹ ਵੀ ਲਿਖਿਆ ਜੀ ਦੈਟ ਹੀ ਹੈਜ਼ ਬੁਲਡੋਜ਼ ਐਂਡ ਡੀਵੀਏਟਡ ਪ੍ਰੋਸੈਸ। ਇਹ ਵੀ ਲਿਖਿਆ ਜੀ that he is attempted to overall judicial process and then he is also guilty of violating human rights in other cases। ਇਹ ਫਾਈਂਡਿੰਗ ਵੀ ਹਾਈ ਕੋਰਟ ਦੀ ਜਜਮੈਂਟ ਵਿੱਚ ਹੈ ਜੀ। ਯਾਨੀ ਹਿਊਮਨ ਰਾਈਟਸ ਦੀ ਵੀ ਵਾਇਲੇਸ਼ਨ ਜਿਹੜੀ ਹੈ ਲਗਾਤਾਰ ਜਾਰੀ ਸੀ। ਔਰ ਕहीं ਕਿਤੇ ਨਾ ਕਿਤੇ ਗੁਰਦੀਪ ਸਿੰਘ ਜਿਹੜੀ ਪਟੀਸ਼ਨ ਲੈ ਕੇ ਪਹੁੰਚੇ ਉਸ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਮਨੁੱਖੀ ਅਧਿਕਾਰ ਹੈ ਉਸ ਦਾ ਵੀ ਘਾਣ ਹੁੰਦਾ ਹੋਇਆ ਨਜ਼ਰ ਆਇਆ। ਤਾਂ ਹੀ ਗੁਰਦੀਪ ਸਿੰਘ ਜਿਹੜੇ ਨੇ ਉਹ ਹਾਈ ਕੋਰਟ ਪਹੁੰਚੇ। ਦੇਖੋ ਇੱਕ ਸਰਵਿੰਗ ਐਸਐਚਓ ਇੰਸਪੈਕਟਰ ਦਾ
ਆਪਣੇ ਸੀਨੀਅਰ ਆਫੀਸਰਸ ਦੇ ਖਿਲਾਫ ਜਾਣਾ, ਸਰਕਾਰ ਦੇ ਐਸਟੈਬਲਿਸ਼ਮੈਂਟ ਦੇ ਖਿਲਾਫ ਜਾਣਾ, ਉਹ ਕੀ ਵਜ੍ਹਾ ਸੀ ਕਿ ਜਾਣਦੇ? ਪਹਿਲਾਂ ਤਾਂ ਜੀ ਉਸ ਨੂੰ ਮੁਲਜ਼ਮ ਬਣਾਇਆ ਇੱਕ ਨਵੀਂ ਐਫਆਈਆਰ ਦਰਜ ਕਰਕੇ, ਜੋ ਅੰਡਰ ਦ ਪ੍ਰੋਵੀਜ਼ਨਸ ਆਫ ਲਾਅ ਦੂਜੀ ਐਫਆਈਆਰ ਸੇਮ ਇਨਸੀਡੈਂਟ ਦੀ ਨਹੀਂ ਹੋ ਸਕਦੀ। ਉਹਨੂੰ ਫਿਰ ਉਸ 'ਚ ਹਿਰਾਸਤ 'ਚ ਲਿਆ ਗਿਆ। ਹਿਰਾਸਤ 'ਚ ਜਾ ਕੇ ਉਹਨੂੰ 3rd ਡਿਗਰੀ ਟੌਰਚਰ ਕੀਤਾ, ਉਸ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੂੰ ਅਪਰੂਵਰ ਬਣ ਜਾ ਤੇ ਇਹ ਲਿਖ ਕੇ ਦੇ ਕਿ ਹਾਇਰ ਅਪਸ ਨੇ ਕਿਹਾ ਸੀ ਤੈਨੂੰ ਗੋਲੀ ਚਲਾਉਣ ਵਾਸਤੇ। ਜਦ ਉਹ ਨਹੀਂ ਮੰਨਿਆ, ਉਹਦੀ ਜ਼ਮਾਨਤ ਰੋਕਣ ਵਾਸਤੇ ਉਹਨੂੰ ਇੱਕ ਹੋਰ ਐਫਆਈਆਰ 'ਚ ਨਾਮਜ਼ਦ ਕਰ ਲਿਆ ਜਿਸ 'ਚ ਉਹ ਕੰਪਲੇਨੈਂਟ ਸੀ। ਫਿਰ ਉਸ ਨੂੰ ਤੀਜੀ ਐਫਆਈਆਰ 'ਚ ਨਾਮਜ਼ਦ ਕਰ ਲਿਆ ਜੋ ਬਹਿਬਲ ਕਲਾਂ ਦੀ ਸੀ, ਜਿਸ ਤੋਂ ਉਹਦਾ ਲੈਣਾ ਦੇਣਾ ਕੋਈ ਨਹੀਂ ਸੀ। ਔਰ ਹਾਈ ਕੋਰਟ ਦੀ ਫਾਈਂਡਿੰਗ ਹੈ ਕਿ ਉਸ ਨੂੰ ਸਿਰਫ ਇੱਕ ਟੈਲੀਫੋਨ ਕਾਲ ਕਰਕੇ ਇੱਕ ਜ਼ਿਮਨੀ ਪਵਾਈ ਗਈ ਸਿਰਫ ਉਹਦੀ ਜ਼ਮਾਨਤ ਰੋਕਣ ਵਾਸਤੇ। ਇਸ ਤਰੀਕੇ ਦੀ ਹਿਊਮਨ ਰਾਈਟਸ ਵਾਇਲੇਸ਼ਨ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ, ਇਸ ਕਰਕੇ ਉਸ ਨੂੰ ਤਫਤੀਸ਼ ਤੋਂ ਹਟਾਇਆ ਗਿਆ। ਤੇ ਹੁਣ ਜਿਹੜੀ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੋਏਗੀ ਉਸ ਦੇ ਕੀ ਪੁਆਇੰਟਸ ਰਹਿਣ ਵਾਲੇ? ਕਿਆ ਹਿਦਾਇਤਾਂ ਉਸ ਦੀ ਵੀ ਜਾਰੀ ਹੋ ਚੁੱਕੀਆਂ ਨੇ? ਕਿਉਂਕਿ ਜਿਹੜੇ ਆ ਆਰਡਰ ਹੈ ਇਸ ਦੇ ਵਿੱਚ ਤੇ ਲੱਗ ਨਹੀਂ ਰਿਹਾ ਕਿ ਕਿੱਥੇ ਵੀ ਇਨਵੈਸਟੀਗੇਸ਼ਨ ਜਿਹੜੀ ਹਜੇ ਤੱਕ ਇਸ ਮਾਮਲੇ ਦੀ ਹੋਈ ਹੈ ਉਹ ਇਨਵੈਸਟੀਗੇਸ਼ਨ ਕੇਸ ਨਾਲ ਤਾਲੁਕ ਰੱਖਦੀ ਸੀ। ਤੁਹਾਡੀ ਬਿਲਕੁਲ ਗੱਲ ਠੀਕ ਹੈ ਜੀ। ਜਿਹੜੀ ਇਨਵੈਸਟੀਗੇਸ਼ਨ ਵਿੱਚ ਲਿਖਿਆ ਗਿਆ ਕਿ ਉਹ ਅਜ਼ੰਪਸ਼ਨਸ ਐਂਡ ਸਰਮਾਈਸਸ ਸੀਗੀ ਤੇ ਇਸ ਕਰਕੇ ਉਹ ਸਾਰੀ ਰੱਦ ਕਰ ਦਿੱਤੀ ਗਈ ਕਿਉਂਕਿ ਉਹ ਪੋਲੀਟੀਕਲੀ ਮੋਟੀਵੇਟਡ ਸੀ। ਹੁਣ ਜੋ ਡਾਇਰੈਕਸ਼ਨਸ ਮਾਨਯੋਗ ਹਾਈ ਕੋਰਟ ਦੀ ਹੈਗੀਆਂ, ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਕੀਤੀ ਹੈ, ਬਾਕੀ ਐਸਆਈਟੀ ਮੈਂਬਰਸ ਨੂੰ ਛੱਡ ਕੇ ਜਿਨ੍ਹਾਂ ਦੇ ਕੋਈ ਸਾਈਨ ਨਹੀਂ ਹੋਏ, ਕਿਸੇ ਵੀ ਚਲਾਨ ਤੇ ਨਹੀਂ ਹੋਏ, ਉਹ ਸਾਰੀ ਇਨਵੈਸਟੀਗੇਸ਼ਨ ਰੱਦ ਕਰ ਦਿੱਤੀ ਗਈ ਦੋਨੋਂ ਐਫਆਈਆਰਸ 'ਚ। ਹੁਣ ਉਹ ਜਿਹੜੀ ਇਨਵੈਸਟੀਗੇਸ਼ਨ ਮੁੜ ਤੋਂ ਸ਼ੁਰੂ ਤੋਂ ਹੋਏਗੀ, ਪਰ ਦੋਵੇਂ ਐਫਆਈਆਰਸ ਦੀ ਇਕੱਠੀ ਚੱਲੇਗੀ, 129 ਦੀ ਵੀ ਤੇ 192 ਦੀ ਵੀ। ਔਰ ਜੋ ਐਸਆਈਟੀ ਉਹ ਇਨਵੈਸਟੀਗੇਸ਼ਨ ਕਰੇਗੀ ਉਹ ਸਿੱਧਾ ਜੁਡੀਸ਼ਰੀ ਮੈਜਿਸਟ੍ਰੇਟ ਸਾਹਿਬ ਨੂੰ ਰਿਪੋਰਟ ਕਰੇਗੀ, ਸਰਕਾਰ ਨੂੰ ਰਿਪੋਰਟ ਨਹੀਂ ਕਰ ਸਕਦੀ ਕਿਉਂਕਿ ਹਾਈ ਕੋਰਟ ਦਾ ਹੁਣ ਕੋਈ ਯਕੀਨ ਨਹੀਂ ਹੈ ਕਿ ਮੌਜੂਦਾ ਸਰਕਾਰ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾ ਸਕਦੀ ਹੈ। ਐਸਆਈਟੀ ਮੈਂਬਰਸ ਨੂੰ ਇਹ ਵੀ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਤੁਸੀਂ ਮੀਡੀਆ ਕੋਲ ਨਹੀਂ ਜਾਓਗੇ ਕਿਉਂਕਿ ਸਿਰਫ ਔਰ ਸਿਰਫ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਮੀਡੀਆ ਕੋਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤੀ। ਔਰ ਹੁਣ ਐਸਆਈਟੀ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਉਹ ਫ੍ਰੀ ਐਂਡ ਫੇਅਰ ਹੋਏਗੀ, ਸਰਕਾਰ ਨੂੰ ਰਿਪੋਰਟ ਨਹੀਂ ਕਰਨਗੇ, ਮੈਜਿਸਟ੍ਰੇਟ ਸਾਹਿਬ ਨੂੰ ਰਿਪੋਰਟ ਕਰਨਗੇ ਤੇ ਮੀਡੀਆ ਕੋਲ ਨਹੀਂ ਜਾਣਗੇ। ਦੋਨੋਂ ਐਫਆਈਆਰਸ ਪੈਰਲਲੀ ਇਨਵੈਸਟੀਗੇਟ ਕੀਤੀ ਸਿੱਧੇ ਤੌਰ ਤੇ ਕਹੀਏ ਕਿ ਹੁਣ ਲਾਈਮਲਾਈਟ ਨਹੀਂ ਮਿਲੇਗੀ ਜਿਸ ਤਰ੍ਹਾਂ ਦੀ ਪਹਿਲੇ ਲਾਈਮਲਾਈਟ ਮਿਲਦੀ ਸੀ ਵੀ ਅਕਸ਼ੇ ਕੁਮਾਰ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਆ ਰਹੇ ਨੇ, ਪ੍ਰਕਾਸ਼ ਸਿੰਘ ਬਾਦਲ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਆ ਰਹੇ ਨੇ। ਇਸ ਤਰ੍ਹਾਂ ਦੀ ਲਾਈਮਲਾਈਟ ਐਸਆਈਟੀ ਨੂੰ ਨਹੀਂ ਮਿਲੇਗੀ। ਲੇਕਿਨ ਆ ਓਵਰਆਲ ਹਜੇ ਤੱਕ ਜਿਹੜੀ ਜਾਂਚ ਹੋਈ ਹੈ, ਅਕਸ਼ੇ ਕੁਮਾਰ ਨੂੰ ਬੁਲਾਇਆ ਜਾਂਦਾ ਹੈ, ਹੋਰ ਜਿਹੜੇ ਲੋਕਾਂ ਨੂੰ ਬੁਲਾ ਕੇ ਇਨਵੈਸਟੀਗੇਸ਼ਨ, ਕਿਆ ਤਾਲੁਕ ਸੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ? ਕਿਆ ਇਸ ਨੂੰ ਲੈ ਕੇ ਕੋਈ ਟਿੱਪਣੀ ਹੈ ਕਿ ਕਿਆ ਉਹਨਾਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਸੀ? ਕਿਆ ਉਹਨਾਂ ਦਾ ਕੋਈ ਇਸ ਨਾਲ ਸਰੋਕਾਰ ਹੈ ਵੀ ਸੀ ਜਾਂ ਫਿਰ ਸਿਰਫ ਸੁਰਖੀਆਂ ਲਈ ਉਹਨਾਂ ਨੂੰ ਬਾਰ-ਬਾਰ ਬੁਲਾਇਆ ਜਾਂਦਾ ਸੀ ਤਾਂ ਕਿ ਸੁਰਖੀਆਂ ਅਖਬਾਰਾਂ ਦੀ ਜਾਂ ਮੀਡੀਆ ਚੈਨਲਸ ਦੀ ਉਹ ਬਰਕਰਾਰ ਰਹਿਣ ਔਰ ਅਫਸਰ ਜਿਹੜਾ ਆ ਸੁਰਖੀਆਂ ਦੇ ਵਿੱਚ ਹੀ ਰਹੇ? ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਨੂੰ ਲਾਈਮਲਾਈਟ ਦੀ ਜ਼ਰੂਰਤ ਨਹੀਂ ਹੁੰਦੀ ਜੀ। ਅਫਸਰ ਦਾ ਕੰਮ ਹੈ ਇਨਵੈਸਟੀਗੇਟ ਕਰਨਾ, ਚਲਾਨ ਪੇਸ਼ ਕਰਨਾ, ਅੱਗੇ ਟ੍ਰਾਇਲ ਚੱਲੇਗਾ ਜੀ। ਏਜੰਡਾ ਹੋਰ ਸੀ, ਪੋਲਿਟਿਸਾਈਜ਼ ਕਰਨ ਦਾ ਸੀ, ਮਨ ਕਰਤ ਕਹਾਣੀਆਂ ਬਣਾ ਰਹੇ ਸੀ। ਔਰ ਇਹ ਫਾਈਂਡਿੰਗਸ ਨੇ ਕਿ ਅਕਸ਼ੇ ਕੁਮਾਰ ਨੂੰ ਬੁਲਾਉਣਾ ਕਿਸੇ ਵੀ ਬਿਲਕੁਲ ਇਰਰੈਲੇਵੈਂਟ ਸੀ। ਔਰ ਸਪੈਸੀਫਿਕ ਫਾਈਂਡਿੰਗ ਆਈ ਹੈ ਕਿ ਬਾਦਲ ਪਰਿਵਾਰ ਦਾ, ਸਾਬਕਾ ਮੁੱਖ ਮੰਤਰੀ ਦਾ, ਸਾਬਕਾ ਡਿਪਟੀ ਸੀਐਮ ਦਾ ਇਸ ਕੇਸ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੈ। ਉਹਨਾਂ ਨੂੰ ਅਬਜ਼ੋਲਵ ਕਰ ਦਿੱਤਾ ਗਿਆ ਹੈ ਔਰ ਲਿਖਿਆ ਗਿਆ ਹੈ ਕਿ ਸਿਰਫ ਇੱਕ ਗੱਲ ਲਿਖੀ ਹੋਈ ਹੈ ਪੂਰੀ ਤਫਤੀਸ਼ ਵਿੱਚ 3.5 ਸਾਲ ਦੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਉਸ ਵੇਲੇ ਦੇ ਸੀਐਮ ਫੋਨ ਤੇ ਸੰਪਰਕ ਕਰ ਰਹੇ ਸੀ। ਔਰ ਹਾਈ ਕੋਰਟ ਦੀ ਇਹ ਬਿਲਕੁਲ ਸਹੀ ਫਾਈਂਡਿੰਗ ਹੈ ਕਿ ਜੇ ਉਹ ਨਾ ਕਰ ਰਹੇ ਹੁੰਦੇ ਜਦ ਸਿਚੁਏਸ਼ਨ ਇੰਨੀ ਟੈਂਸ ਸੀ ਤਾਂ ਉਹ ਕਤਈ ਹੋਣੀ ਸੀ, ਉਹ ਲਾਪਰਵਾਹੀ ਹੋਣੀ ਸੀ। ਇੱਕ ਸੂਬੇ ਦੇ ਮੁੱਖ ਮੰਤਰੀ ਦਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕਰਨਾ ਉਸ ਟਾਈਮ ਤੇ ਜਦ ਸਥਿਤੀ ਇੰਨੀ ਗੰਭੀਰ ਸੀ ਬਿਲਕੁਲ ਵਾਜਿਬ ਸੀ ਤੇ ਇਸ ਦੇ ਨਾਲ ਕੋਈ ਕਨਸਪੀਰੇਸੀ ਸਾਬਿਤ ਨਹੀਂ ਹੁੰਦੀ। ਲੇਕਿਨ ਬਾਰ-ਬਾਰ ਇਸੀ ਕਨਸਪੀਰੇਸੀ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਾਰ-ਬਾਰ ਉਹੀ ਫੋਨ ਕਾਲ ਦਾ ਹਵਾਲਾ ਦਿੱਤਾ ਜਾਂਦਾ ਸੀ, ਬਾਰ-ਬਾਰ ਉਹੀ ਗੱਲਾਂ ਕੀਤੀਆਂ ਜਾਂਦੀਆਂ ਸੀ ਤਾਂ ਕਿ ਆ ਮੁੱਦਾ ਜਿਹੜਾ ਆ ਉੱਭਰਿਆ ਰਹੇ। ਔਰ ਖਾਸ ਕਰਕੇ ਚੋਣਾਂ ਵੇਲੇ, ਹੁਣ ਵੀ ਚੋਣਾਂ ਵਾਲੇ ਨੇ, ਇਸ ਵੇਲੇ ਇਸ ਮੁੱਦੇ ਨੂੰ ਜ਼ਿਆਦਾ ਉਭਾਰਿਆ ਜਾਂਦਾ। ਉਹ ਵੀ ਮੇਰੇ ਖਿਆਲ ਕੁੰਵਰ ਵਿਜੇ ਪ੍ਰਤਾਪ ਬੇਬਸ ਹੋਣੇ ਹੈ ਜੀ। ਪੋਲੀਟੀਕਲ ਡਾਇਰੈਕਸ਼ਨ ਸੀ, ਉਹਨਾਂ ਦੀ ਅਪਾਇੰਟਮੈਂਟ ਕੋਈ ਮੈਰਿਟ ਤੇ ਤਾਂ ਹੈ ਨਹੀਂ ਸੀ ਬਿਕੋਜ਼ ਹੁਣ ਹਾਈ ਕੋਰਟ 'ਚ ਆ ਗਿਆ ਜੀ ਦੈਟ ਹੀ ਇਜ਼ ਹੈਬਿਚੁਅਲ ਇਨ ਡੂਇੰਗ ਦਿਸ, ਹੀ ਹੈਜ਼ ਵਾਇਲੇਟਡ ਹਿਊਮਨ ਰਾਈਟਸ ਲੈਫਟ, ਰਾਈਟ ਐਂਡ ਸੈਂਟਰ। ਤੇ ਜੋ ਉਹਨਾਂ ਨੂੰ ਜਿਸ ਪਰਪਸ ਵਾਸਤੇ ਬਣਾਇਆ ਜੀ ਉਹਨਾਂ ਨੇ ਬਖੂਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਦੇ ਮਾਸਟਰਸ ਦਾ ਪੋਲੀਟੀਕਲ ਏਜੰਡਾ ਫੁਲਫਿਲ ਕਰਨ ਦੀ। ਹੁਣ ਸਰਕਾਰ ਕਹਿ ਰਹੀ ਹੈ ਕਿ ਸੁਪਰੀਮ ਕੋਰਟ ਜਾਵਾਂਗੇ, ਇਸ ਆਰਡਰ ਨੂੰ ਚੁਣੌਤੀ ਦੇਵਾਂਗੇ। ਲੱਗਦਾ ਚੁਣੌਤੀ ਦੇ ਪਾਣਗੇ?
ਦੇਖੋ ਲੀਗਲੀ ਤੇ ਮੈਂ ਕਹਾਂ ਕਿ ਮੋਸਟ ਆਫ ਦਾ ਜਿਹੜੀ ਪਟੀਸ਼ਨ ਹੈ ਉਹ ਤਾਂ ਇਨਫਰਕਚੁਅਸ ਹੋ ਜਾਏਗੀ ਉਹਨਾਂ ਦੀ ਐਸਐਲਪੀ ਫਾਈਲ ਕਰਨ ਦੀ। ਸਾਰੀ ਡਾਇਰੈਕਸ਼ਨਸ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਨੇ ਔਰ ਉਹਨੂੰ ਐਸਆਈਟੀ ਤੋਂ ਹਟਾ ਦਿਓ। ਕੁੰਵਰ ਵਿਜੇ ਤਾਂ ਖੁਦ ਰਿਜ਼ਾਈਨ ਕਰ ਚੁੱਕਿਆ, ਉਹਦਾ ਰੈਜ਼ਿਗਨੇਸ਼ਨ 2 ਦਿਨਾਂ 'ਚ ਐਕਸੈਪਟ ਹੋ ਗਿਆ। ਹੁਣ ਉਹ ਸੁਪਰੀਮ ਕੋਰਟ ਕਿਸ ਤੱਤ ਤੇ ਜਾਣਗੇ ਕਿ ਜਿਹੜੀ ਨਵੀਂ ਐਸਆਈਟੀ ਬਣੀ ਹੈ ਉਹਨੂੰ ਮੀਡੀਆ 'ਚ ਪੇਸ਼ ਕੀਤਾ ਜਾਵੇ, ਜਿਹੜੀ ਨਵੀਂ ਐਸਆਈਟੀ ਬਣੀ ਉਹ ਜੁਡੀਸ਼ਰੀ ਨੂੰ ਛੱਡ ਕੇ ਦੁਬਾਰਾ ਸਰਕਾਰ ਕੋਲ ਰਿਪੋਰਟ ਕਰੇ। ਇਹ ਡਾਇਰੈਕਸ਼ਨਸ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਰਟ ਤੋਂ ਮਿਲ ਸਕਦੀਆਂ। ਸੋ ਜ਼ਿਆਦਾ ਸਕੋਪ ਇਸ 'ਚ ਰਹਿ ਨਹੀਂ ਗਿਆ। ਸੱਚ ਸਾਹਮਣੇ ਆਇਆ। 89 ਪੇਜਿਸ ਦੀ ਜਜਮੈਂਟ ਹੈ, ਸਾਰੇ ਪੰਜਾਬੀਆਂ ਵਾਸਤੇ ਪੜ੍ਹਨ ਲਈ ਹੈ, ਸਾਰੇ ਗੁਰੂ ਨਾਨਕ ਨਾਮ ਲੇਵਾ ਵਾਸਤੇ ਪੜ੍ਹਨ ਲਈ ਹੈ ਔਰ ਸਾਰੇ ਸਿੱਖਾਂ ਵਰਲਡ ਵਾਈਡ ਵਾਸਤੇ ਪੜ੍ਹਨ ਲਈ ਹੈ ਕਿ ਪਿਛਲੇ 3.5 ਸਾਲ 'ਚ ਕਿਸ ਤਰੀਕੇ ਨਾਲ ਭਾਵਨਾਵਾਂ ਨਾਲ ਖੇਡ ਕੇ ਸਿੱਖਾਂ ਦੀ ਪਿੱਠ 'ਚ ਛੁਰਾ ਖੁਬੋਇਆ ਗਿਆ। ਯਾਨੀ ਮੁੱਖ ਮੰਤਰੀ ਖੁਦ ਜਿਹੜੀਆਂ ਗੱਲਾਂ ਕਰਦੇ ਸੀ ਕਿ ਇਨਸਾਫ ਦਿਵਾਇਆ ਜਾਏਗਾ, ਮਨਸ਼ਾ ਨਹੀਂ ਸੀ। ਮਨਸ਼ਾ ਸਿਰਫ ਪੋਲੀਟੀਕਲ ਜਿਹੜਾ ਆਪਣਾ ਕਹਿ ਸਕਦੇ ਆ ਮੋਟਿਵ ਹੈ ਉਸ ਨੂੰ ਸਹੀ ਕਰਨ ਦੀ ਸੀ, ਉਸ ਨੂੰ ਸਿੱਧ ਕਰਨ ਦੀ ਸੀ। ਹੋਰ ਕੋਈ ਤਾਲੁਕ ਨਹੀਂ ਸੀ ਵੀ ਕਿਸੇ ਅਸਲ ਦੋਸ਼ੀ ਨੂੰ ਸਜ਼ਾ ਮਿਲੇ। ਇਹ ਜਿਹੜਾ ਆਰਡਰ ਹੈ ਇਹ ਵੀ ਦਰਸਾਉਂਦਾ ਹੋਇਆ ਨਜ਼ਰ ਆ ਰਿਹਾ। ਸਿਰਫ ਚੀਫ ਮਿਨਿਸਟਰ ਦੀ ਗੱਲ ਨਹੀਂ ਹੈ ਜੀ, ਸਾਰੀ ਦੀ ਸਾਰੀ ਕਾਂਗਰਸ ਰਨ ਗਵਰਨਮੈਂਟ ਦੀ, ਉਹਨਾਂ ਦੇ ਹਾਇਰ ਅਪਸ ਦੀ ਹੈ ਜੀ। ਤੁਹਾਨੂੰ ਯਾਦ ਹੋਏਗਾ ਜਦ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਪੋਸਟ ਤੋਂ ਕੱਢ ਦਿੱਤਾ ਗਿਆ ਤਾਂ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਕਾਂਗਰਸ ਪ੍ਰੈਜ਼ੀਡੈਂਟ ਵੱਲੋਂ, ਮਿਨਿਸਟਰਸ ਵੱਲੋਂ, ਗਵਰਨਰ ਸਾਹਿਬ ਨੂੰ ਮਿਲੇ ਗਏ। ਇਹਨਾਂ ਨੇ ਡਿਫੈਂਸ ਵੀ ਲਿਆ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨ ਉਹਨਾਂ ਤੇ ਲੈਣੀ ਮੈਂਡੇਟਰੀ ਨਹੀਂ ਸੀ। ਉਹ ਸਾਰੀਆਂ ਗੱਲਾਂ ਰਿਜੈਕਟ ਹੋ ਗਈਆਂ ਜੀ। ਸੋ ਕਰੈਕਟਲੀ ਤੁਹਾਡੇ ਸਾਹਮਣੇ ਹੀ ਹੈ ਜੀ ਕਿ ਉਹਨਾਂ ਨੂੰ ਰਿਮੂਵ ਕਰ ਦਿੱਤਾ ਕਿ ਹਰ ਇਨਵੈਸਟੀਗੇਸ਼ਨ 'ਚੋਂ ਉਹ ਸਟ੍ਰਿਕਚਰਸ ਪਾਸ ਹੋਏ ਨੇ ਜੀ ਉਹਨਾਂ ਦੇ ਕੰਡਕਟ ਤੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਇੱਕ ਵੱਡਾ ਮਸਲਾ ਕੋਟਕਪੂਰਾ ਗੋਲੀकांड ਦਾ ਹੈ ਔਰ ਇਸ ਮਸਲੇ ਦੇ ਵਿੱਚ ਹਾਈ ਕੋਰਟ ਦੀ ਜਿਹੜੀ ਡਾਇਰੈਕਸ਼ਨਸ ਆਈਆਂ, ਜਿਹੜੇ ਆਰਡਰ ਆਏ ਨੇ 89 ਪੇਜ ਦੇ ਆਰਡਰ ਨੇ ਔਰ ਜਿਸ ਦੇ ਵਿੱਚ 30 ਪੁਆਇੰਟ ਜਿਹੜੇ ਨੇ ਉਹ ਕੱਲੇ ਕੁੰਵਰ ਵਿਜੇ ਪ੍ਰਤਾਪ ਦੀ ਕਾਰਿਆ ਪ੍ਰਣਾਲੀ ਨੂੰ ਲੈ ਕੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਦੀ ਕਾਰਿਆ ਪ੍ਰਣਾਲੀ ਰਹੀ, ਕਿਸ ਤਰ੍ਹਾਂ ਦਾ ਇਸ ਦਾ ਰਵੱਈਆ ਰਿਹਾ ਔਰ ਕਿਆ ਵਾਕਿਆ ਦੇ ਵਿੱਚ ਹੀ ਅਫਸਰ ਜਿਹੜਾ ਇਸ ਮਾਮਲੇ ਦੀ ਸਹੀ ਇਨਵੈਸਟੀਗੇਸ਼ਨ ਕਰਨਾ ਚਾਹੁੰਦਾ ਸੀ। ਇਸ ਨੂੰ ਦਰਸਾਇਆ ਗਿਆ ਆਰਡਰ ਦੇ ਵਿੱਚ ਕਿ ਪੂਰੀ ਦੀ ਪੂਰੀ ਜਿਹੜੀ ਆ ਰਿਪੋਰਟ ਹੈ, ਪੂਰੀ ਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹ ਪੋਲੀਟੀਕਲ ਯਾਨੀ ਰਾਜਨੀਤਿਕ ਜਿਹੜੀ ਰੰਜਿਸ਼ ਦੀ ਭਾਵਨਾ ਹੈ ਉਸ ਨੂੰ ਸਿੱਧ ਕਰਨ ਲਈ ਕੀਤੀ ਗਈ ਸੀ। ਆਪਣਾ ਪੋਲੀਟੀਕਲ ਮਨੋਰਥ ਸਿੱਧ ਕਰਨ ਲਈ ਜਿਹੜੀ ਕਹਿ ਸਕਦੇ ਆ ਮੌਜੂਦਾ ਸਰਕਾਰ ਹੈ ਉਹ ਕੁੰਵਰ ਵਿਜੇ ਪ੍ਰਤਾਪ ਦੇ ਮੋਢੇ ਦੇ ਉੱਪਰ ਬੰਦੂਕ ਰੱਖ ਕੇ ਚਲਾਉਣ ਦਾ ਕੰਮ ਕਰ ਰਹੀ ਸੀ। ਔਰ ਆਹ ਆਰਡਰ ਜਿਹੜੇ ਨੇ 89 ਪੇਜ ਦੇ ਅੱਜ ਜਿਹੜੇ ਆਰਡਰ ਨੇ ਜਿਸ ਦੀ ਕਾਪੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਔਰ ਹੁਣ ਵੀ ਤੁਹਾਨੂੰ ਇਸ ਦੀ ਜਿਹੜੀ ਮੈਂ ਕਾਪੀ ਦਿਖਾ ਰਿਹਾ ਕਿ 89 ਪੇਜ ਦੇ ਜਿਹੜੇ ਆ ਆਰਡਰ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਪੰਨਿਆਂ ਦੇ ਉੱਪਰ ਵੱਖ-ਵੱਖ ਟਿੱਪਣੀਆਂ ਜਿਹੜੀਆਂ ਨੇ ਉਹ ਕਈ ਸਵਾਲ ਖੜੇ ਕਰਦੀਆਂ ਨੇ ਕਿ ਕਿਆ ਵਾਕਿਆ ਦੇ ਵਿੱਚ ਹੀ ਕਾਂਗਰਸ ਜਿਹੜੀ ਹੈ ਉਹ ਚਾਹੁੰਦੀ ਸੀ ਬਰਗਾੜੀ, ਬਹਿਬਲ ਕਲਾਂ ਜਾਂ ਕੋਟਕਪੂਰਾ ਮਾਮਲਿਆਂ ਦੇ ਵਿੱਚ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ। ਉਹਨਾਂ ਦੀ ਮਨਸ਼ਾ ਕਿਆ ਸਾਫ਼ ਸੀ? ਅਗਰ ਸਾਫ਼ ਹੁੰਦੀ ਤੇ ਫਿਰ ਕੋਰਟ ਨੂੰ ਇਸ ਤਰ੍ਹਾਂ ਇੰਟਰਵੀਨ ਕਰਦੇ ਹੋਏ ਇੰਨਾ ਵੱਡਾ ਆਰਡਰ ਨਾ ਦੇਣਾ ਪੈਂਦਾ। ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਇਨ ਮਾਮਲਿਆਂ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ ਔਰ ਕਦੋਂ ਉਹਨਾਂ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆਊਗਾ। ਬਹਰਹਾਲ ਤੁਹਾਨੂੰ ਇਸ ਮੁੱਦੇ ਨਾਲ ਜੁੜੀ ਇਸ ਜਿਹੜਾ ਆਰਡਰ ਹੈ ਇਸ ਨਾਲ ਜੁੜੀ ਹਰ ਇੱਕ ਅਪਡੇਟ ਦਿੰਦੇ ਰਹਾਂਗੇ। ਤੁਸੀਂ ਵੇਖਦੇ ਰਹੋ ਡੇਲੀ ਪੋਸਟ ਪੰਜਾਬੀ।